ਵੀ ਅਸੀਂ ਦਰਬਾਰ ਸਾਹਿਬ ਮੱਥਾ ਟੇਕੀਏ, ਬੱਚਿਆਂ ਦੇ ਨਾਲ ਆਏ ਹੋਏ ਆ, ਪਿੰਡ ਜਾਈਏ, ਉਹਨਾਂ ਨੂੰ ਖੂਹ 'ਤੇ ਲੈ ਕੇ ਜਾਈਏ, ਬੱਚਿਆਂ ਨੂੰ ਥੋੜ੍ਹਾ ਕੁ ਉੱਥੇ ਮੋਟਰ 'ਤੇ ਜਾ ਕੇ ਨਹਲਾਈਏ ਅਤੇ ਬਸ ਦੋਸਤਾਂ ਰਿਸ਼ਤੇਦਾਰਾਂ ਨੂੰ ਮਿਲੀਏ। ਇਹੋ ਜਿਹੇ ਮੀਟਿੰਗ ਜਾਂ ਸਮਾਗਮ ਵੀ ਸੀਗੇ ਉਲੀਕੇ ਗਏ ਜਿੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮਿਲਣਾ ਜਾਂ ਹੋਰ ਜਿਹਨੇ ਮਾਨ ਸਨਮਾਨ ਕਰਨਾ ਸੀਗਾ, ਉਹ ਥੋੜ੍ਹੇ ਚੰਦ ਇਹੋ ਜਿਹੇ ਵੀ ਸਮਾਗਮ ਉਲੀਕੇ ਗਏ ਸੀ। ਜੋ ਆਪਣਾ ਖੁੱਲ੍ਹਾ ਸਮਾਂ ਬਖਸ਼ਿਆ ਤਾਂ ਉਹਨਾਂ ਦੀ ਮਹਿਮਾਨ ਨਵਾਜ਼ੀ ਤੋਂ ਵੀ ਮੈਂ ਬਹੁਤ ਪ੍ਰਭਾਵਿਤ ਹੋਇਆ ਵੀ ਜੇ ਇਸ ਤਰੀਕੇ ਨਾਲ ਉਹਨਾਂ ਨੇ ਬਾਹਰ ਛੱਡਣ ਆਏ ਉੱਥੇ ਗੇਟ ਤੱਕ। ਇਹਦੇ ਕੋਈ ਛੋਟੀਆਂ ਗੱਲਾਂ ਹੁੰਦੀਆਂ ਨੇ ਪਰ ਇਹਦੇ ਨਾਲ ਬੰਦਾ ਪ੍ਰਭਾਵਿਤ ਵੀ ਹੁੰਦਾ ਵੀ ਸਾਨੂੰ ਉਹ ਪਿਆਰ ਮਿਲ ਰਿਹਾ। ਅਸੀਂ ਅੱਗੇ ਤੋਂ ਵੀ ਚਾਹੋਗੇ ਵੀ ਜੋ ਪੰਜਾਬ ਦੀ ਇੰਡੀਆ ਦੀ ਤਰੱਕੀ ਹੋਵੇ, ਚਾਹੇ ਇੰਡੀਆ ਸਰਕਾਰ ਪੰਜਾਬ ਸਰਕਾਰ, ਉਹਨਾਂ ਨੂੰ ਬੇਨਤੀ ਕਰੂੰਗਾ ਵੱਧ ਤੋਂ ਵੱਧ ਇੱਥੇ ਸਹੂਲਤਾਂ ਇੱਥੇ ਵੀ ਮੁਹੱਈਆ ਹੋਣ ਤਾਂ ਕਿ ਇੱਥੇ ਵਧੀਆ ਪੜ੍ਹਾਈ ਲਿਖਾਈ ਦੇ ਨਾਲ ਬੱਚੇ ਇੱਥੇ ਵੀ ਵੱਧ ਸਕਣ। ਪਰ ਬਹੁਤ ਸਾਰਿਆਂ ਨੂੰ ਇਹ ਵੀ ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਉੱਥੇ ਬਾਹਰ ਜਾ ਕੇ ਪੜ੍ਹਨ, ਤਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ। ਅਤੇ ਮੈਂ ਤਾਂ ਇਹੀ ਕਹੂੰਗਾ ਵੀ ਜਦੋਂ ਤੁਸੀਂ ਉੱਥੇ ਬਾਹਰ ਆਉਣਾ ਤਾਂ ਆਪਣੇ ਕਾਗਜ਼ ਪੱਤਰ ਪੂਰੇ ਜ਼ਰੂਰ ਕਰਕੇ ਜਾਣੇ, ਕਿਸੇ ਵੀ ਗਲਤ ਬੰਦੇ ਦੇ ਝਾਂਸੇ ਦੇ ਵਿੱਚ ਨਹੀਂ ਆਉਣਾ। ਇੱਕ ਸਿੱਖ ਹੋਵੇ ਉੱਪਰੋਂ ਪੰਜਾਬੀ ਹੋਵੇ ਬੰਦਾ ਤਾਂ ਜਿਹੜੀ ਅਣਮਨੁੱਖੀ ਵਰਤੀ ਆ ਉਹਨੂੰ ਸਹਿਣ ਨਹੀਂ ਕਰ ਸਕਦਾ। ਉਦੋਂ ਸਾਡੇ ਹਿਰਦੇ ਵਲੂੰਦੜੇ ਗਏ ਸੀ ਜਦੋਂ ਅਸੀਂ ਦੇਖਿਆ ਕਿ ਉੱਥੇ ਕਿਸਾਨਾਂ 'ਤੇ ਲਾਠੀ ਚਾਰਜ, ਅਥਰੂ ਗੈਸ, ਪਾਣੀ ਦੀਆਂ ਬੌਛੜਾਂ ਉਹਨਾਂ 'ਤੇ ਛੱਡੀਆਂ ਗਈਆਂ। ਤਦੀ ਫਿਰ ਮੈਂ ਇਹ ਮਸਲਾ ਉਠਾਇਆ ਸੀ ਕਿ ਇਹ ਮਨੁੱਖੀ ਅਧਿਕਾਰਾਂ ਦਾ ਮਸਲਾ ਆ। 1 ਲੱਖ ਤੋਂ ਵੱਧ ਲੋਕਾਂ ਨੇ ਜੋ ਚਾਹੇ ਉਹ ਮਨੁੱਖੀ ਅਧਿਕਾਰਾਂ ਦੇ ਲਈ ਚਾਹੇ ਕਿਸਾਨਾਂ ਦੇ ਹੱਕ ਦੇ ਵਿੱਚ ਸਨ, ਉਹਨਾਂ ਨੇ ਉਹ ਪਟੀਸ਼ਨ 'ਤੇ ਦਸਤਖਤ ਕੀਤੇ। ਸੋ ਉਸ ਦੀ ਬਦੌਲਤ ਇੱਥੇ ਬਹਿਸ ਵੀ ਹੋਈ ਯੂਕੇ ਦੀ ਪਾਰਲੀਮੈਂਟ ਦੇ ਵਿੱਚ, ਕਿਉਂਕਿ ਯੂਕੇ ਦੀ ਪਾਰਲੀਮੈਂਟ ਇੱਕ ਇਹੋ ਜਿਹੀ ਮੈਨੂੰ ਬਹੁਤ ਮਾਣ ਵੀ ਮਹਿਸੂਸ ਹੁੰਦਾ ਕਿ ਉੱਥੇ ਬਰਤਾਨਵੀ ਮੈਂਬਰ ਆਫ ਪਾਰਲੀਮੈਂਟ ਹੋਣ ਨਾਤੇ, ਕਿਉਂਕਿ ਜਿੱਥੇ ਅਸੀਂ ਸਲੋ ਜੋ ਮੇਰੇ ਹਲਕੇ ਦੀਆਂ ਗੱਲਾਂ ਕਰ ਸਕਦੇ ਹਾਂ ਜਾਂ ਸਾਡੇ ਰਾਸ਼ਟਰੀ ਗੱਲਾਂ, ਉਸ ਦੇ ਨਾਲ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਤਕਰੀਬਨ ਰੋਜ਼ ਕਿਸੇ ਨਾ ਕਿਸੇ ਬਾਰੇ ਬਹਿਸ ਜ਼ਰੂਰ ਹੁੰਦੀ ਰਹਿੰਦੀ ਹੈ। ਬਹੁਤ ਸਾਰੇ ਜਿਹੜੇ NRIs ਨੇ ਉਹ ਦੁਖੀ ਪਰੇਸ਼ਾਨ ਨੇ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ 'ਤੇ ਕਈ ਦਫਾ ਕਬਜ਼ੇ ਹੋ ਜਾਂਦੇ ਨੇ। ਉਹਨਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈਂਦਾ, ਚਾਹੇ ਉਹ ਪ੍ਰਸ਼ਾਸਨ ਤੋਂ, ਚਾਹੇ ਉਹਨਾਂ ਦੇ ਆਪਣੇ ਸ਼ਰੀਕੇ ਤੋਂ, ਚਾਹੇ ਕੋਈ ਹੋਰ ਕਬਜ਼ਾ ਕਰ ਲੈਂਦਾ ਆ। ਜਦੋਂ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਆ ਤਾਂ ਉਹ ਉਸ ਨੂੰ ਨਾ ਬਰਦਾਸ਼ਤ ਕਰਦੇ ਹੋਏ ਆਖਿਰਕਾਰ ਆਪਣੀਆਂ ਜ਼ਮੀਨਾਂ ਵੇਚ ਕੇ ਫਿਰ ਉਹ ਬਾਹਰ ਜਾਣ ਵੱਲ ਨੂੰ ਤੋਂ ਸੋਚ ਲੈਂਦੇ ਨੇ। ਕਈਆਂ ਨੂੰ ਉਹ ਨਹੀਂ ਚੀਜ਼ਾਂ ਚੰਗੀਆਂ ਲੱਗੀਆਂ। ਹਰ ਇੱਕ ਨੂੰ ਆਪੋ ਆਪਣੀ ਸੋਚ ਮੁਬਾਰਕ ਹੋਵੇ, ਚਾਹੇ ਉਹ ਕਿਸਾਨਾਂ ਲਈ ਚਾਹੇ ਕਿਸੇ ਹੋਰ ਲਈ। ਦੁਨੀਆ ਭਰ ਕਿਤੇ ਵੀ ਕਿਸੇ ਨਾਲ ਵਿਤਕਰਾ ਹੁੰਦਾ ਜਾਂ ਘੱਟ ਗਿਣਤੀਆਂ ਨਾਲ ਉਚੇਚੇ ਤੌਰ 'ਤੇ, ਉਸ 'ਤੇ ਇਹ ਬੰਦਾ ਇਹਨਾਂ ਚੀਜ਼ ਆਪਣੀ ਆਵਾਜ਼ ਬੁਲੰਦ ਕਰਦਾ ਰਿਹਾ ਤਾਂ ਅੱਗੇ ਤੋਂ ਵੀ ਕਰਦਾ ਰਹੇਗਾ। ਤੁਸੀਂ ਜੁੜੇ ਹੋ ਜਗਬਾਣੀ TV ਦੇ ਨਾਲ, ਮੈਂ ਹਰਿੰਦਰ ਬਾਜਵਾ। ਅੱਜ ਪੰਜਾਬ ਕੇਸਰੀ ਜਗਬਾਣੀ TV ਦੇ ਵਿਹੜੇ ਬ੍ਰਿਟਿਸ਼ MP ਨੇਗੇ ਸਲੋਤ ਤੋਂ ਤਨਮਨਜੀਤ ਸਿੰਘ ਢੇਸੀ। ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਸਾਰੇ ਸਿੱਖ ਅਤੇ ਪੰਜਾਬੀ ਹਲਕਿਆਂ 'ਚ ਬੜੀ ਚਰਚਾ ਰਹਿੰਦੀ ਹੈ ਉਹਨਾਂ ਦੀ। ਢੇਸੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜਗਬਾਣੀ TV 'ਤੇ। ਬਹੁਤ ਖੁਸ਼ੀ ਹੋਈ ਬਾਜਵਾ ਸਾਹਿਬ ਤੁਹਾਡੇ ਨਾਲ ਅਤੇ ਜਿਹੜੇ ਪੰਜਾਬ ਕੇਸਰੀ ਜਗਬਾਣੀ TV ਦੇ ਦਰਸ਼ਕਾਂ ਦੇ ਨਾਲ ਇੱਕ ਦਫਾ ਫਿਰ ਰੂਬਰੂ ਹੋਣ 'ਤੇ ਅਤੇ ਇੱਥੇ ਤੁਹਾਡੇ ਸਟੂਡੀਓ ਜਲੰਧਰ ਆਉਣ 'ਤੇ ਮੈਨੂੰ ਬੇਹੱਦ ਖੁਸ਼ੀ ਹੋਈ ਹੈ। ਢੇਸੀ ਸਾਹਿਬ ਸ਼ੁਰੂਆਤ ਕਰਦੇ ਹਾਂ, ਪਹਿਲਾਂ ਸਵਾਗਤ ਹੀ ਹੈ ਤੁਹਾਡਾ ਪੰਜਾਬ 'ਚ। ਕਿਵੇਂ ਲੱਗਦਾ ਪੰਜਾਬ ਫੇਰੀ 'ਤੇ ਆ ਕੇ, ਕੀ ਮਕਸਦ ਨਾਲ ਇਹ ਫੇਰੀ ਕੀਤੀ ਹੈ? ਦੇਖੋ, ਮੇਰੇ ਲਈ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ 2.25 ਸਾਲ ਵਾਪਰ ਗਏ ਨੇ ਇਸ ਕਰੋਨਾ ਵਾਇਰਸ ਦੀ ਮਹਾਮਾਰੀ ਕਾਰਨ। ਮੈਂ ਇੱਥੇ ਆ ਨਹੀਂ ਸਕਿਆ। ਮੈਨੂੰ ਇਹ ਹੁੰਦਾ ਸੀਗਾ ਹਮੇਸ਼ਾ ਵੀ ਹਰ ਸਾਲ ਇੱਥੇ ਇੰਡੀਆ 'ਚ ਆਈਏ, ਪੰਜਾਬ 'ਚ ਆਈਏ, ਦੋਸਤਾਂ ਰਿਸ਼ਤੇਦਾਰਾਂ ਨਾਲ ਮਿਲੀਏ, ਕੁਛ ਵਿਚਾਰ ਵਟਾਂਦਰਾ ਕਰੀਏ, ਪਰ ਇਹ ਅਸੀਂ ਕਰ ਨਹੀਂ ਪਾਏ। ਇਸ ਦਫਾ ਜਿਹੜਾ ਮੇਰਾ ਮੁੱਖ ਮਕਸਦ ਤਾਂ ਇਹੀ ਸੀ ਵੀ ਨਿੱਜੀ ਫੇਰੀ ਆ ਮੇਰੀ, ਤਕਰੀਬਨ ਜ਼ਿਆਦਾਤਰ ਇਹੀ ਸੀ ਵੀ ਅਸੀਂ ਦਰਬਾਰ ਸਾਹਿਬ ਮੱਥਾ ਟੇਕੀਏ, ਬੱਚਿਆਂ ਦੇ ਨਾਲ ਆਏ ਹੋਏ ਆ, ਪਿੰਡ 'ਚ ਜਾਈਏ, ਉਹਨਾਂ ਨੂੰ ਖੂਹ 'ਤੇ ਲੈ ਕੇ ਜਾਈਏ, ਬੱਚਿਆਂ ਨੂੰ ਥੋੜ੍ਹਾ ਕੁ ਉੱਥੇ ਮੋਟਰ 'ਤੇ ਜਾ ਕੇ ਨਹਲਾਈਏ ਅਤੇ ਬਸ ਦੋਸਤਾਂ ਰਿਸ਼ਤੇਦਾਰਾਂ ਨੂੰ ਮਿਲੀਏ। ਉਸ ਦੇ ਨਾਲ 2-4 ਇਹੋ ਜਿਹੇ ਮੀਟਿੰਗ ਜਾਂ ਸਮਾਗਮ ਵੀ ਸੀਗੇ ਉਲੀਕੇ ਗਏ ਜਿੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮਿਲਣਾ ਜਾਂ ਹੋਰ ਜਿਹਨੇ ਮਾਨ ਸਨਮਾਨ ਕਰਨਾ ਸੀਗਾ, ਉਹ ਥੋੜ੍ਹੇ ਚੰਦ ਇਹੋ ਜਿਹੇ ਵੀ ਸਮਾਗਮ ਉਲੀਕੇ ਗਏ ਸੀ। ਢੇਸੀ ਸਾਹਿਬ, ਕਿਸਾਨੀ ਅੰਦੋਲਨ ਬੀਤ ਕੇ ਹਟਿਆ, ਤੁਹਾਨੂੰ ਅਸੀਂ ਸੁਣਦੇ ਰਹੇ ਹਾਂ ਕਾਮਨ ਹਾਊਸ ਦੇ ਅੰਦਰ ਆਵਾਜ਼ ਬੁਲੰਦ ਕਰਦਿਆਂ ਨੂੰ। ਕਿਵੇਂ ਲੱਗਿਆ ਤੁਹਾਨੂੰ? ਤੁਸੀਂ ਦੱਸਿਆ ਵੀ ਪਹਿਲਾਂ ਗੱਲਬਾਤ ਕਰਦੇ ਵੀ ਸਨਮਾਨ ਵੀ ਸਾਰਾ ਉਹ ਤੁਹਾਨੂੰ ਤੁਸੀਂ ਪ੍ਰੈਜ਼ੈਂਟ ਵੀ ਕੀਤਾ ਉਸ ਇਸ਼ੂ ਨੂੰ, ਕਿਵੇਂ ਦਾ ਰਿਹਾ ਤੁਹਾਡੇ ਲਈ? ਜੀ, ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਦੋਨੇ ਹੱਥ ਜੋੜ ਕੇ ਜਿਹੜੇ ਪੰਜਾਬ ਕਿਸਾਨੀ ਮੋਰਚੇ ਨਾਲ ਵੀ ਜੁੜੇ ਹੋਏ, ਜਿਨ੍ਹਾਂ ਨੇ ਇੰਨਾ ਪਿਆਰ ਬਖਸ਼ਿਆ, ਇੰਨਾ ਸਨਮਾਨ ਬਖਸ਼ਿਆ। ਇੱਥੇ ਮੇਰੇ ਪੰਜਾਬ ਫੇਰੀ 'ਤੇ ਵੀ ਬਹੁਤ ਉਹਨਾਂ ਵੱਲੋਂ ਮੈਨੂੰ ਨਿੱਘ ਤਾਂ ਪਿਆਰ ਅਹਿਸਾਸ ਹੋਇਆ।
ਸੋ ਦੇਖੋ, ਜਿਹੜਾ ਮੇਰਾ ਫਰਜ਼ ਬਣਦਾ ਸੀਗਾ ਪਿਛਲੇ 2 ਸਾਲਾਂ ਦੇ ਦੌਰਾਨ ਵੀ ਜਦੋਂ ਤੋਂ ਕਿਸਾਨੀ ਮੋਰਚਾ ਜਿਹੜਾ ਇਹ ਮੁਹਿੰਮ ਚੱਲੀ, ਪਹਿਲਾਂ ਤਾਂ ਮੈਂ ਕਈ ਹਫ਼ਤੇ ਕੁਛ ਕਿਹਾ ਨਹੀਂ ਗਾ ਇਸ ਬਾਰੇ, ਪਰ ਫਿਰ ਮੈਂ ਨਾਪ ਤੋਲ ਕੇ ਵੀ ਕੌਣ ਵਿਅਕਤੀ ਕੀ ਕਹਿ ਰਿਹਾ, ਕੀ ਪਾਰਟੀਆਂ ਇੱਥੇ ਸੰਸਥਾਵਾਂ ਉਹਨਾਂ ਦਾ ਕੀ ਕਿਰਦਾਰ ਹੈ ਇਸ ਦੇ ਵਿੱਚ। ਪਰ ਮੇਰੇ ਵਰਗੇ ਨੂੰ ਉਦੋਂ ਸਾਡੇ ਹਿਰਦੇ ਬਲੂੰਦੜੇ ਗਏ ਸੀ ਜਦੋਂ ਅਸੀਂ ਦੇਖਿਆ ਕਿ ਉੱਥੇ ਕਿਸਾਨਾਂ 'ਤੇ ਲਾਠੀ ਚਾਰਜ, ਅਥਰੂ ਗੈਸ, ਪਾਣੀ ਦੀਆਂ ਬੌਛੜਾਂ ਉਹਨਾਂ 'ਤੇ ਛੱਡੀਆਂ ਗਈਆਂ। ਤਦੀ ਫਿਰ ਮੈਂ ਇਹ ਮਸਲਾ ਉਠਾਇਆ ਸੀ ਕਿ ਮਨੁੱਖੀ ਅਧਿਕਾਰਾਂ ਦਾ ਮਸਲਾ ਆ। ਹਰ ਇੱਕ ਨੂੰ ਜਮਹੂਰੀਅਤ ਦੇ ਵਿੱਚ, ਲੋਕਤੰਤਰ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਹੱਕ ਆ ਕਿ ਆਪਣੀ ਆਵਾਜ਼ ਬੁਲੰਦ ਕਰਨ ਨੂੰ। ਸੋ ਇਹੀ ਗੱਲ ਵਜ੍ਹਾ ਆ ਕਿ ਮੈਂ ਉੱਥੇ ਵੀ ਚਿੱਠੀ ਇੱਕ ਨਹੀਂ 2 ਚਿੱਠੀਆਂ ਤਿਆਰ ਕੀਤੀਆਂ। ਇੱਕ 'ਤੇ 100 ਤੋਂ ਵੱਧ MPs ਦੇ ਦਸਤਖਤ ਕਰਵਾਏ, ਮਾਣਯੋਗ ਪ੍ਰਧਾਨ ਮੰਤਰੀ UK ਦੇ ਉਹਨਾਂ ਨੂੰ ਪੇਸ਼ ਕੀਤੀ ਗਈ। ਪ੍ਰਧਾਨ ਮੰਤਰੀ ਨੂੰ ਸਵਾਲ ਵੀ ਪੁੱਛਿਆ ਗਿਆ। ਉੱਥੇ ਵੀ ਇੱਕ ਅਫੀਸ਼ੀਅਲ ਪਾਰਲੀਮੈਂਟਰੀ ਪਟੀਸ਼ਨ ਵੀ ਜੋ ਸੀਗੀ, ਉਸ 'ਤੇ 1 ਲੱਖ ਤੋਂ ਵੱਧ ਲੋਕਾਂ ਨੇ, ਜੋ ਚਾਹੇ ਉਹ ਮਨੁੱਖੀ ਅਧਿਕਾਰਾਂ ਦੇ ਲਈ, ਚਾਹੇ ਕਿਸਾਨਾਂ ਦੇ ਹੱਕ ਦੇ ਵਿੱਚ ਸਨ, ਉਹਨਾਂ ਨੇ ਉਹ ਪਟੀਸ਼ਨ 'ਤੇ ਦਸਤਖਤ ਕੀਤੇ। ਸੋ ਉਸ ਦੀ ਬਦੌਲਤ ਉੱਥੇ ਬਹਿਸ ਵੀ ਹੋਈ UK ਦੀ ਪਾਰਲੀਮੈਂਟ ਦੇ ਵਿੱਚ, ਕਿਉਂਕਿ UK ਦੀ ਪਾਰਲੀਮੈਂਟ ਇੱਕ ਇਹੋ ਜਿਹੀ ਮੈਨੂੰ ਬਹੁਤ ਮਾਣ ਵੀ ਮਹਿਸੂਸ ਹੁੰਦਾ ਕਿ ਉੱਥੇ ਬਰਤਾਨਵੀ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ, ਕਿਉਂਕਿ ਜਿੱਥੇ ਅਸੀਂ ਸਲੋ ਜੋ ਮੇਰੇ ਹਲਕੇ ਦੀਆਂ ਗੱਲਾਂ ਕਰ ਸਕਦੇ ਹਾਂ ਜਾਂ ਸਾਡੇ ਰਾਸ਼ਟਰੀ ਗੱਲਾਂ, ਉਸ ਦੇ ਨਾਲ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਤਕਰੀਬਨ ਰੋਜ਼ ਉੱਥੇ ਕਿਸੇ ਨਾ ਕਿਸੇ ਬਾਰੇ ਬਹਿਸ ਜ਼ਰੂਰ ਹੁੰਦੀ ਰਹਿੰਦੀ ਹੈ। ਚਾਹੇ ਉਹ ਅਫਰੀਕਾ ਦੇ ਵਿੱਚ ਕੀ ਹੋ ਰਿਹਾ, ਲੈਟਿਨ ਅਮਰੀਕਾ ਦੇ ਵਿੱਚ, ਅਮਰੀਕਾ ਕੈਨੇਡਾ ਦੇ ਵਿੱਚ ਕੀ ਹੋ ਰਿਹਾ ਆ, ਯੂਰਪ ਦੇ ਵਿੱਚ ਕੀ ਹੋ ਰਿਹਾ, ਜਾਂ ਇੱਥੇ ਇੰਡੀਆ ਪਾਕਿਸਤਾਨ ਜਾਂ ਚੀਨ ਜਪਾਨ, ਉਹਦੇ ਬਾਰੇ ਸਗਤ ਉਹ ਸਾਡੇ ਵਰਗੇ ਨੂੰ ਖੋਜ ਕਰਕੇ ਫਿਰ ਉੱਥੇ ਬਹਿਸ ਕਰਨ ਦਾ ਮੌਕਾ ਮਿਲਦਾ। ਪਰ ਜਿੱਥੇ ਤੱਕ ਕਿਸਾਨੀ ਮੋਰਚੇ ਦੀ ਗੱਲ ਆ, ਉੱਥੇ ਮੈਂ ਮਨੁੱਖੀ ਅਧਿਕਾਰਾਂ 'ਤੇ ਇਹ ਜੋ ਬਿਆਨ ਮੇਰੇ ਸੀਗੇ, ਤਾਂ ਮੈਨੂੰ ਪਤਾ ਬਹੁਤ ਸਾਰਿਆਂ ਨੂੰ ਪਸੰਦ ਵੀ ਆਏ ਹੋਣਗੇ, ਪਰ ਕਈਆਂ ਨੂੰ ਚਲੋ ਨਹੀਂ ਵੀ ਪਸੰਦ ਆਏ। ਹਰ ਇੱਕ ਦੀ ਆਪੋ ਆਪਣੀ ਸੋਚ ਹੈਗੀ ਆ। ਪਰ ਜੋ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਹੈ ਕਿ ਨੇਕ ਨੀਤ ਨਾਲ, ਜੋ ਇਮਾਨਦਾਰੀ ਦੇ ਨਾਲ ਤੁਸੀਂ ਕੰਮ ਕਰੋ, ਅਤੇ ਜਿਹੜੇ ਮੁੱਦਿਆਂ ਦੇ ਮੁਤਾਬਕ ਉੱਥੇ ਤੁਸੀਂ ਖੜ੍ਹੇ ਹੋ ਤਾਂ ਲੋਕਾਂ ਦੀ ਆਵਾਜ਼ ਬਣੋ। ਸੁਭਾਵਿਕ ਜੀ ਗੱਲ ਹੈ ਕਿ ਇੱਕ ਸਿੱਖ ਹੋਵੇ, ਉੱਪਰੋਂ ਪੰਜਾਬੀ ਹੋਵੇ ਬੰਦਾ, ਤਾਂ ਜਿਹੜੀ ਅਣਮਨੁੱਖੀ ਵਰਤੀ ਆ ਉਹਨੂੰ ਸਹਿਣ ਨਹੀਂ ਕਰ ਸਕਦਾ। ਤੁਹਾਡੀ ਮੀਟਿੰਗ ਹੋਈ ਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣਾ ਨਾਲ, ਅਤੇ ਉਸ ਮੀਟਿੰਗ ਨੂੰ ਲੈ ਕੇ ਵੀ ਜਿਹੜਾ ਟੀਕਾ ਟਿੱਪਣੀਆਂ ਸੁਣਨ ਮਿਲੀਆਂ, ਖਾਸ ਕਰਕੇ ਭਾਜਪਾ ਵੱਲੋਂ ਉਸ ਦੇ ਉੱਤੇ ਬਹੁਤ ਸਾਰੀਆਂ ਟੀਕਾ ਟਿੱਪਣੀਆਂ ਕੀਤੀਆਂ ਗਈਆਂ। ਉਹਨਾਂ ਟੀਕਾ ਟਿੱਪਣੀਆਂ ਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਸ ਨਿੱਘੇ ਵਤੀਰੇ ਦੇ ਨਾਲ ਉਹਨਾਂ ਨੇ ਜੋ ਆਪਣਾ ਖੁੱਲ੍ਹਾ ਸਮਾਂ ਬਖਸ਼ਿਆ। ਤਾਂ ਉਹਨਾਂ ਦੀ ਮਹਿਮਾਨ ਨਵਾਜ਼ੀ ਤੋਂ ਵੀ ਮੈਂ ਬਹੁਤ ਪ੍ਰਭਾਵਿਤ ਹੋਇਆ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਬਾਹਰ ਛੱਡਣ ਆਏ ਉੱਥੇ ਗੇਟ ਤੱਕ। ਇਹ ਦੇਖੋ, ਛੋਟੀਆਂ ਗੱਲਾਂ ਹੁੰਦੀਆਂ ਨੇ, ਪਰ ਇਹਦੇ ਨਾਲ ਬੰਦਾ ਪ੍ਰਭਾਵਿਤ ਵੀ ਹੁੰਦਾ ਵੀ ਸਾਨੂੰ ਪਿਆਰ ਮਿਲ ਰਿਹਾ। ਅਸੀਂ ਅੱਗੇ ਤੋਂ ਵੀ ਚਾਹੂੰਗੇ ਵੀ ਜੋ ਪੰਜਾਬ ਦੀ, ਇੰਡੀਆ ਦੀ ਤਰੱਕੀ ਹੋਵੇ, ਤਾਂ ਅਸੀਂ ਜਿਹੜਾ ਥੋੜ੍ਹਾ ਬਹੁਤਾ ਯੋਗਦਾਨ ਉਹਦੇ ਵਿੱਚ ਪਾ ਸਕਦੇ ਹਾਂ, ਉਹ ਅਸੀਂ ਜ਼ਰੂਰ ਪਾਉਂਗੇ। ਅਤੇ ਉੱਥੇ ਜਿਹੜੇ ਸਾਡੇ ਪ੍ਰਮੁੱਖ ਮਸਲੇ ਸਨ, ਉਹ ਤਾਂ ਸੀਗੇ ਇੱਕ ਤਾਂ NRIs ਦੇ ਸੰਬੰਧ ਵਿੱਚ, ਚਾਹੇ ਉਹ ਜ਼ਮੀਨਾਂ ਦੇ ਝਗੜੇ ਆ। ਬਹੁਤ ਸਾਰੇ ਜਿਹੜੇ NRIs ਨੇ ਉਹ ਦੁਖੀ ਪਰੇਸ਼ਾਨ ਨੇ, ਕਿਉਂਕਿ ਉਹਨਾਂ ਦੀਆਂ ਜ਼ਮੀਨਾਂ 'ਤੇ ਕਈ ਦਫਾ ਕਬਜ਼ੇ ਹੋ ਜਾਂਦੇ ਨੇ। ਉਹਨਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈਂਦਾ, ਚਾਹੇ ਉਹ ਪ੍ਰਸ਼ਾਸਨ ਤੋਂ, ਚਾਹੇ ਉਹਨਾਂ ਦੇ ਆਪਣੇ ਸ਼ਰੀਕੇ ਤੋਂ, ਚਾਹੇ ਕੋਈ ਹੋਰ ਕਬਜ਼ਾ ਕਰ ਲੈਂਦਾ ਆ। ਫਿਰ ਜਦੋਂ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਆ ਤਾਂ ਉਹ ਉਸ ਨੂੰ ਨਾ ਬਰਦਾਸ਼ਤ ਕਰਦੇ ਹੋਏ ਆਖਿਰਕਾਰ ਆਪਣੀਆਂ ਜ਼ਮੀਨਾਂ ਵੇਚ ਕੇ ਫਿਰ ਉਹ ਬਾਹਰ ਜਾਣ ਵੱਲ ਨੂੰ ਸੋਚ ਲੈਂਦੇ ਨੇ। ਸੋ ਇਹੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਦੇਖੋ, ਆਪਾਂ ਨੂੰ ਇਹੋ ਜਿਹੀਆਂ ਨੀਤੀਆਂ, ਇਹੋ ਜਿਹੇ ਕਾਨੂੰਨ ਚਾਹੀਦੇ ਨੇ ਜਿਸ ਦੇ ਨਾਲ ਉੱਥੇ ਦੇ NRI ਆਕਰਸ਼ਿਤ ਹੋਣ ਇੱਥੇ ਆਉਣ ਨੂੰ, ਨਾ ਕਿ ਆਪਣਾ ਜੋ ਪੂੰਜੀ ਨਿਵੇਸ਼ ਜਿਹੜਾ ਉਹਨਾਂ ਨੇ ਕੀਤਾ ਆ ਵੀ ਉਹ ਵੀ ਬਾਹਰ ਕੱਢ ਲੈਣ। ਸੋ ਇਹੋ ਜਿਹੇ ਗੱਲਾਂ 'ਤੇ ਵਿਚਾਰ ਵਟਾਂਦਰਾ ਹੋਇਆ। ਇੱਕ ਸਿੱਧੀਆਂ ਉਡਾਨਾਂ ਬਾਰੇ ਵੀ ਸਾਡਾ ਜੋ ਲੰਬੇ ਸਮੇਂ ਤੋਂ ਜਿਹੜਾ ਮੰਗ ਰਹੀ ਆ, ਮੈਂ 2017 ਤੋਂ ਬਤੌਰ ਮੈਂਬਰ ਆਫ ਪਾਰਲੀਮੈਂਟ ਸੇਵਾ ਕਰ ਰਿਹਾ ਹਾਂ। ਅਤੇ ਇਹ ਜਿਹੜੇ ਪੰਜਾਬੀ ਨੇ, ਖਾਸ ਤੌਰ 'ਤੇ ਤੁਹਾਡੇ TV ਦੇ ਵੀ ਜਿਹੜੇ ਦਰਸ਼ਕ ਨੇ, ਉਹ ਜਾਣਦੇ ਨੇ ਕਿ ਮੈਂ ਹਮੇਸ਼ਾ ਇਹ ਚਾਹੂੰਗਾ ਕਿ ਸਿੱਧੀਆਂ ਉਡਾਨਾਂ ਹੋਣ ਜੋ ਡਾਇਰੈਕਟ ਨੇ, ਚਾਹੇ ਉਹ ਲੰਡਨ ਤੋਂ, ਬਰਮਿੰਘਮ ਤੋਂ, ਚਾਹੇ ਜਿੱਥੇ ਹੋਰ ਪੰਜਾਬੀ ਸੰਘਣੀ ਆਬਾਦੀ ਨੇ ਜਿਹੜੇ ਸ਼ਹਿਰ ਨੇ, ਚਾਹੇ ਵੈਂਕੂਵਰ, ਟੋਰੰਟੋ, ਸਿਡਨੀ ਵਗੈਰਾ, ਸਿੱਧੀਆਂ ਅੰਮ੍ਰਿਤਸਰ ਲਈ, ਗੁਰੂ ਕੀ ਨਗਰੀ ਲਈ, ਅਤੇ ਹੁਣ ਚੰਡੀਗੜ੍ਹ ਵੀ ਜਿਹੜਾ ਏਅਰਪੋਰਟ ਅੰਤਰਰਾਸ਼ਟਰੀ ਬਣਿਆ ਉਸ ਦੇ ਲਈ ਵੀ। ਕਿਉਂਕਿ ਮੈਂ ਸਮਝਦਾ ਹਾਂ ਕਿ ਜਿਹੜਾ ਅੰਮ੍ਰਿਤਸਰ ਏਅਰਪੋਰਟ, ਜੇ ਆਪਾਂ ਉਹਦੀ ਗੱਲ ਕਰੀਏ, ਉਹ ਇੱਕ ਕਿਸਮ ਦਾ ਗੇਟਵੇ ਟੂ ਨਾ ਸਿਰਫ ਪੰਜਾਬ ਪਰ ਉੱਤਰੀ ਭਾਰਤ ਲਈ ਵੀ ਉਹ ਬਣ ਸਕਦਾ, ਕਿਉਂਕਿ ਉਹ ਉੱਥੇ ਸਥਿਤ ਹੈ ਦਰਬਾਰ ਸਾਹਿਬ, ਜੋ ਨਾ ਕਿ ਸਿੱਖਾਂ ਲਈ ਇੱਕ ਜੋ ਅਨਮੋਲ ਰਤਨ, ਇੱਕ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਆ, ਪਰ ਉਹ ਇੱਕ ਜੋ ਇਹੋ ਜਿਹੀ ਸੰਸਥਾ ਜਿਹਨੂੰ ਦੇਖਣ ਨੂੰ ਲੱਖਾਂ ਨਹੀਂ ਕਰੋੜਾਂ ਲੋਕ ਆਉਂਦੇ ਨੇ। ਸੋ ਉਹਦੇ ਜ਼ਰੀਏ ਉਸ ਏਅਰਪੋਰਟ 'ਤੇ ਆਵਾਜਾਈ ਜੇ ਵਧੂਗੀ, ਉਹਦੇ ਨਾਲ ਨਾ ਸਿਰਫ ਸੈਰ ਸਪਾਟਾ, ਜੋ ਟੂਰਿਜ਼ਮ ਵਧੂਗੀ, ਉਸ ਦੇ ਨਾਲ ਜੋ ਲੋਕਾਂ ਦੀ ਆਵਾਜਾਈ ਵਧੂਗੀ, ਜੋ ਮੁਸਾਫਿਰ ਆਉਣਗੇ, ਅਤੇ ਉਸ ਦੇ ਨਾਲ ਵਪਾਰ ਵੀ ਵਧੇਗਾ।
ਕਿਉਂਕਿ ਜਦੋਂ ਜਹਾਜ਼ ਸਿੱਧੀਆਂ ਉਡਾਨਾਂ ਹੋ ਗਈਆਂ, ਉਸ ਨਾਲ ਚਾਹੇ ਇੱਥੇ ਪੰਜਾਬੀਆਂ ਦਾ ਜਿਹੜਾ ਖੇਤੀਬਾੜੀ ਦਾ ਉਤਪਾਦਨ ਹੈ, ਅਤੇ ਇਸ ਦੇ ਨਾਲ ਜੋ ਇੱਥੇ ਇੰਡਸਟਰੀ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕਈ ਫੈਕਟਰੀਜ਼ ਨੇ, ਉਹ ਇੰਪੋਰਟ ਐਕਸਪੋਰਟ ਵੀ ਵਧੂਗਾ। ਪਰ ਉਹਦੇ ਲਈ ਆਪਾਂ ਨੂੰ ਹੀਲਾ ਵਸੀਲਾ ਪਹਿਲਾਂ ਤਿਆਰ ਕਰਨਾ ਪੈਣਾ, ਕਿਉਂਕਿ ਲੋਕੀ ਕਈ ਦਫਾ ਹੋ ਜਾਂਦੇ ਉਹ ਖੱਜਲ ਖੁਆਰ ਹੋ ਕੇ, ਅਕਲ ਘਾਣ ਹੋ ਕੇ, ਜਦੋਂ 8 ਘੰਟੇ ਦਾ ਸਫ਼ਰ 14-15 ਘੰਟੇ 'ਚ ਤਬਦੀਲ ਹੋ ਜਾਂਦਾ ਆ, ਚਾਹੇ ਉਹਨਾਂ ਨੂੰ ਅਰਬ ਦੇਸ਼ਾਂ ਦੇ ਵਿੱਚ ਰੁਕੇ, ਚਾਹੇ ਉਹਨਾਂ ਨੂੰ ਪਹਿਲਾਂ ਦਿੱਲੀ ਜਾ ਕੇ ਫਿਰ ਵਾਪਸ ਆਉਣਾ, ਉਸ ਤੋਂ ਦੁਖੀ ਤੰਗ ਪਰੇਸ਼ਾਨ ਹੋ ਕੇ ਫਿਰ ਉਹ ਜੋ ਅਗਲੀ ਦਫਾ ਉਹ ਸੋਚਦੇ ਆ ਵੀ ਅਸੀਂ ਉੱਥੇ ਨਾ ਜਾਈਏ। ਇਹੋ ਜਿਹੀ ਸਥਿਤੀ ਆਪਾਂ ਨਹੀਂ ਚਾਹੁੰਦੇ। ਬਾਕੀ ਦੇਖੋ, ਮਸਲੇ ਅਨੇਕਾਂ ਸੀ, ਪਰ ਜਿਵੇਂ ਮੈਂ ਤੁਹਾਡਾ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਵੀ ਕਈਆਂ ਨੂੰ ਉਹ ਨਹੀਂ ਚੀਜ਼ਾਂ ਚੰਗੀਆਂ ਲੱਗੀਆਂ, ਹਰ ਇੱਕ ਨੂੰ ਆਪੋ ਆਪਣੀ ਸੋਚ ਮੁਬਾਰਕ ਹੋਵੇ। ਪਰ ਜਿੱਥੇ ਤੱਕ ਮੇਰੀ ਗੱਲ ਆ, ਚਾਹੇ ਉਹ ਮਨੁੱਖੀ ਅਧਿਕਾਰਾਂ 'ਤੇ ਉਹ ਗੱਲ ਕਰਨੀ, ਚਾਹੇ ਉਹ ਕਿਸਾਨਾਂ ਲਈ, ਚਾਹੇ ਕਿਸੇ ਹੋਰ ਲਈ, ਦੁਨੀਆ ਭਰ ਦੇ ਵਿੱਚ ਕਿਤੇ ਵੀ ਕਿਸੇ ਨਾਲ ਵਿਤਕਰਾ ਹੁੰਦਾ ਜਾਂ ਘੱਟ ਗਿਣਤੀਆਂ ਨਾਲ ਉਚੇਚੇ ਤੌਰ 'ਤੇ, ਉਸ 'ਤੇ ਇਹ ਬੰਦਾ ਇਹ ਨਾਚੀਜ਼ ਆਪਣੀ ਆਵਾਜ਼ ਬੁਲੰਦ ਕਰਦਾ ਰਿਹਾ ਤਾਂ ਅੱਗੇ ਤੋਂ ਵੀ ਕਰਦਾ ਰਹੂਗਾ। ਇਹ ਵਾਕਈ ਸਹੀ ਗੱਲ ਹੈ ਕਿ ਜਿਹੜੀ ਆਵਾਜ਼ ਆ ਉਹ ਬੁਲੰਦ ਹੋਣੀ ਚਾਹੀਦੀ ਹੈ। ਭਾਰਤ ਚੋਂ ਖਾਸ ਕਰਕੇ ਪਿਛਲੇ 1.5-2 ਸਾਲ 'ਚੋਂ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉਹ ਯੂਕੇ ਗਏ ਆ ਜੀ। ਉਹਨਾਂ ਦੇ ਬਹੁਤ ਸਾਰੇ ਮਸਲੇ ਆ, ਚਾਹੇ ਰਿਹਾਇਸ਼ ਨੂੰ ਲੈ ਕੇ ਹੋਵੇ, ਫਿਰ ਉਸ ਤੋਂ ਬਾਅਦ ਵਰਕ ਪਰਮਿਟ ਦਾ, ਜਾਂ ਹੋਰ ਉਹਨਾਂ ਨੂੰ ਵੀ ਕਿਵੇਂ ਐਡਰੈਸ ਕੀਤਾ ਜਾ ਸਕਦਾ? ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਨੂੰ ਇੱਥੇ ਵੀ, ਚਾਹੇ ਉਹ ਇੰਡੀਆ ਸਰਕਾਰ, ਪੰਜਾਬ ਸਰਕਾਰ, ਉਹਨਾਂ ਨੂੰ ਬੇਨਤੀ ਕਰੂੰਗਾ ਵੱਧ ਤੋਂ ਵੱਧ ਇੱਥੇ ਸਹੂਲਤਾਂ ਇੱਥੇ ਵੀ ਮੁਹੱਈਆ ਹੋਣ, ਤਾਂ ਕਿ ਇੱਥੇ ਵਧੀਆ ਪੜ੍ਹਾਈ ਲਿਖਾਈ ਦੇ ਨਾਲ ਬੱਚੇ ਇੱਥੇ ਵੀ ਵੱਧ ਸਕਣ। ਪਰ ਬਹੁਤ ਸਾਰਿਆਂ ਨੂੰ ਇਹ ਵੀ ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਉੱਥੇ ਬਾਹਰ ਜਾ ਕੇ ਪੜ੍ਹਨ, ਤਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ। ਅਤੇ ਮੈਂ ਤਾਂ ਇਹੀ ਕਹੂੰਗਾ ਵੀ ਜਦੋਂ ਤੁਸੀਂ ਉੱਥੇ ਬਾਹਰ ਆਉਣਾ ਤਾਂ ਆਪਣੇ ਕਾਗਜ਼ ਪੱਤਰ ਪੂਰੇ ਜ਼ਰੂਰ ਕਰਕੇ ਜਾਣੇ, ਕਿਸੇ ਵੀ ਗਲਤ ਬੰਦੇ ਦੇ ਝਾਂਸੇ ਦੇ ਵਿੱਚ ਨਹੀਂ ਆਉਣਾ। ਉੱਥੇ ਆ ਕੇ ਇਹ ਨਿਗਾ ਵੀ ਬੰਦੇ ਰੁੱਲ ਜਾਣ। ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੱਚੇ ਜਿਹੜੇ ਉੱਥੇ ਬਾਹਰ ਆਉਣ, ਉਹਨਾਂ ਨੂੰ ਪੂਰੀਆਂ ਸਹੂਲਤਾਂ ਪ੍ਰਦਾਨ ਹੋ ਸਕਣ, ਪਰ ਉਹਨਾਂ ਦੇ ਕਾਗਜ਼ ਪੱਤਰ ਹੋਣੇ ਪੂਰੇ ਬਹੁਤ ਜ਼ਰੂਰੀ ਹੈ ਜੀ। ਖਾਸ ਕਰਕੇ ਯੂਰਪ ਦੇ ਅੰਦਰ ਬਹੁਤ ਜ਼ਿਆਦਾ ਪ੍ਰਵਾਸ ਵਧਿਆ ਬੀਤੇ ਕੁਛ ਕੁ ਸਾਲਾਂ 'ਚ, ਜਦੋਂ ਦੀ ਮਿਡਲ ਈਸਟ ਦੇ ਅੰਦਰ ਡਿਸਟਰਬੈਂਸ ਵਧੀ ਹੈ। ਉਸ ਤੋਂ ਬਾਅਦ ਜਿਹੜਾ UAE ਤੋਂ ਅਲੱਗ ਹੋ ਜਾਣਾ UK ਦਾ, ਉਸ ਦਾ ਅਸਰ ਕਿਵੇਂ ਹੈ ਇਸ ਸਾਰੇ ਕਾਸੇ ਦੇ? ਦੇਖੋ, ਯੂਰਪੀਅਨ ਯੂਨੀਅਨ ਤੋਂ ਜਿਹੜਾ ਅਲੱਗ ਹੋਣਾ UK ਦਾ, ਉਹਦੇ ਨਾਲ ਕੁਛ ਜੋ ਮੁਸ਼ਕਲਾਂ ਵੀ ਵਧੀਆਂ ਨੇ, ਪਰ ਕੁਛ ਹੋਰ ਆਪਣੇ ਓਪਰਚੁਨਿਟੀ ਮੌਕੇ ਵੀ ਵੱਧ ਗਏ ਨੇ। ਸੋ ਮੈਂ ਇਹੀ ਤਾਂ ਵਧੀਆ ਮੌਕਾ ਆ ਕਿ ਜੇ ਹੁਣ ਆਪਾਂ ਯੂਰਪ ਤੋਂ ਵੀ ਜੇ ਆਪਾਂ ਦੇਖੀਏ ਵੀ ਜਿਹੜਾ ਲੰਡਨ ਤੋਂ ਜੇ ਸਿੱਧੀਆਂ ਉਡਾਨਾਂ ਇੱਥੇ ਆਉਗੀਆਂ, ਉਹਦੇ ਨਾਲ ਭਾਰਤ ਦੇ ਨਾਲ, ਇੰਡੀਆ ਦੇ ਨਾਲ ਵਪਾਰ ਵੱਧ ਸਕਦਾ ਆ। ਚਾਹੇ ਉਹ ਖੇਤੀਬਾੜੀ ਦੇ ਤੌਰ 'ਤੇ ਵੀ, ਹੁਣ UK ਵੀ ਨਵੀਆਂ ਮਾਰਕੀਟਸ, ਨਵੇਂ ਜੋ ਇੰਪੋਰਟ ਕਰਨ ਨੂੰ ਵੀ, ਚੀਜ਼ਾਂ ਲਿਆਉਣ ਨੂੰ ਵੀ ਜਾਂ ਵੇਚਣ ਨੂੰ, ਉਹ ਬਹੁਤ ਹੀ ਸੰਜੀਦਗੀ ਦੇ ਨਾਲ ਇਸ 'ਤੇ ਕੰਮ ਕੀਤਾ ਜਾ ਰਿਹਾ। ਬਹੁਤ ਸਾਰੇ ਦੇਸ਼ਾਂ ਦੇ ਨਾਲ ਉਹ ਸੰਧੀਆਂ ਹੋ ਵੀ ਚੁੱਕੀਆਂ ਨੇ, ਬਹੁਤ ਸਾਰਿਆਂ ਦੇ ਨਾਲ ਹਜੇ ਹੋਣੀਆਂ ਆ। ਸੋ ਮੈਂ ਇਹ ਬੇਨਤੀ ਕਰੂੰਗਾ, ਚਾਹੇ ਪੰਜਾਬ ਸਰਕਾਰ ਨੂੰ, ਇੰਡੀਆ ਸਰਕਾਰ ਨੂੰ, ਵੀ ਉਹ ਵੱਧ ਤੋਂ ਵੱਧ ਦਿਲਚਸਪੀ ਦਿਖਾਉਣ ਅਤੇ UK ਦੇ ਨਾਲ ਆਪਣੇ ਸੰਬੰਧ ਹੋਰ ਮਜ਼ਬੂਤ ਕਰਨ। ਇੱਕ ਤੁਸੀਂ ਫੇਰੀ ਕੀਤੀ ਮੁੱਖ ਮੰਤਰੀ ਨੂੰ ਤੁਸੀਂ ਦੱਸਿਆ, ਜਿਵੇਂ ਡਿਟੇਲ 'ਚ ਦੱਸਿਆ ਵੀ ਇਹ ਕਿਹੜੇ ਹੋਰ ਮੁੱਦੇ ਆ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਨੂੰ, ਜਿਹੜਾ UK ਹੈ, ਚਾਹੇ ਯੂਰਪ ਹੈ, ਸਾਰੇ ਦਾ ਸਾਰਾ ਉਹਦੇ ਨਾਲ ਠੋਸ, ਕਿਉਂਕਿ ਸਾਡੇ ਕੋਲ ਖੇਤੀ ਹੈਗੀ ਹੈ, ਸਾਡੀ ਖੇਤੀ ਪ੍ਰੋਡਕਟ ਨੇ। ਹਾਲਾਂਕਿ ਜਿਹੜੇ UK ਜਾਂ ਬਾਕੀ ਦੇਸ਼ ਨੇ ਯੂਰਪ ਦੇ, ਉਹਨਾਂ ਦੀ ਰਿਸਟ੍ਰਿਕਸ਼ਨਸ ਬਹੁਤ ਨੇਗੀਆਂ ਮੈਨੇਜਮੈਂਟ ਨੂੰ ਲੈ ਕੇ, ਕੁਆਲਿਟੀ ਨੂੰ ਲੈ ਕੇ, ਅਤੇ ਸਾਡੀਆਂ ਸਰਕਾਰਾਂ ਉਹਨਾਂ ਨੂੰ ਕਿਵੇਂ ਸੁਧਾਰਨ ਕਿ ਜਿਹੜਾ ਸਾਡਾ ਮਾਲ ਹੈ, ਜਿਹੜਾ UAE ਐਕਸੈਪਟ ਕਰ ਰਿਹਾ ਪਰ UK ਐਕਸੈਪਟ ਨਹੀਂ ਕਰ ਰਿਹਾ, ਉਸਨੂੰ ਉਹ ਕਿਸ ਤਰ੍ਹਾਂ ਨਾਲ ਹੱਲ ਕੀਤਾ ਜਾ ਸਕਦਾ? ਜੀ ਦੇਖੋ, ਇਹਦੇ ਹੱਲ ਕਰਨ ਲਈ ਤਾਂ ਵਿਚਾਰ ਵਟਾਂਦਰਾ ਜਦੋਂ ਹੁੰਦਾ ਆ, ਤਾਂ ਉਸ ਦੇ ਲਈ ਨਵੇਂ ਨਿਯਮ ਜੋ ਉਲੀਕੇ ਜਾ ਸਕਦੇ ਨੇ। ਪਰ ਉੱਥੇ ਬਹੁਤ ਸਾਰੇ ਲੋਕ ਹੁਣ ਔਰਗੈਨਿਕ ਫਾਰਮਿੰਗ ਦੇ ਵਿੱਚ ਵੀ ਦਿਲਚਸਪੀ ਰੱਖ ਰਹੇ ਨੇ, ਵੀ ਜਿਹੜੇ ਉਹ ਅਲੱਗ-ਅਲੱਗ ਜਿਹੜੀਆਂ ਵਸਤੂਆਂ ਖਾਣ ਦੀਆਂ, ਪੀਣ ਦੀਆਂ, ਉਹ ਔਰਗੈਨਿਕ ਵੱਲ ਨੂੰ ਵੀ। ਸੋ ਇੱਥੇ ਜਿਹੜੇ ਖੇਤੀਬਾੜੀ ਦੇ ਵਿੱਚ ਵੀ ਜਿਹੜੇ ਰੁੱਝੇ ਹੋਏ ਨੇ, ਜਿਹੜੇ ਕਿਸਾਨ ਨੇ, ਉਹ ਉਹਨਾਂ ਚੀਜ਼ਾਂ ਜਾਂ ਉਹਨਾਂ ਫਸਲਾਂ ਦੇ ਬਾਰੇ ਵੀ ਸੋਚਣ ਜਿਹੜੀਆਂ ਬਾਹਰ ਦੇ ਦੇਸ਼ਾਂ ਨੂੰ ਜੋ ਲੋਕ ਪਸੰਦ ਕਰਦੇ ਨੇ। ਸੋ ਜੇ ਆਪਾਂ ਵਪਾਰ ਵਧਾਉਣਾ ਹੈ ਉੱਧਰ ਨੂੰ, ਸੋ ਉਹ ਤਦ ਹੀ ਹੋ ਸਕਦਾ ਵੀ ਜੇ ਆਪਾਂ ਉੱਧਰਲੀਆਂ ਮਾਰਕੀਟਸ ਦੀ ਐਨਾਲਿਸਿਸ ਹੋਵੇ, ਪੂਰਾ ਅਧਿਐਨ ਹੋਵੇ, ਉਹਨਾਂ ਦੀ ਘੋਖ ਪੜਤਾਲ ਕਰਕੇ, ਤਾਂ ਫਿਰ ਉਹ ਫਸਲਾਂ ਨੂੰ ਤਰਜੀਹ ਦਿੱਤੀ ਜਾਵੇ ਜਿਸ ਦੇ ਨਾਲ ਕਿਸਾਨਾਂ ਨੂੰ ਵੱਧ ਤੋਂ ਵੱਧ ਭਾਅ ਮਿਲ ਸਕੇ। ਇਹ ਸਭ ਇੱਕ ਬੜਾ ਇਸ਼ੂ ਬਣਿਆ ਹੋਇਆ, ਸਪਾਰਕਿੰਗ ਇਸ਼ੂ ਹੈ, ਖਾਸ ਕਰਕੇ ਅਮਰੀਕਾ ਦੇ ਅੰਦਰ ਜਾਂ ਹੋਰ ਇੱਦਾਂ ਦੇ ਦੇਸ਼ਾਂ ਦੇ ਅੰਦਰ ਸਿੱਖਾਂ ਨੂੰ ਟਾਰਗੇਟ ਕਰਕੇ ਨਸਲੀ ਹਮਲੇ ਆ ਜਿਹੜੇ ਉਹ ਬਹੁਤ ਜ਼ਿਆਦਾ ਵਧੇ ਆ। ਬੀਤੇ ਕੁਝ ਸਮੇਂ ਦੇ ਅੰਦਰ ਦੇਖਿਆ ਜਾਵੇ ਤਾਂ 4-5 ਸਾਲ ਦੇ ਅੰਦਰ ਤਾਂ ਕਾਫੀ ਜ਼ਿਆਦਾ ਵਧੇ ਆ। ਇਹ ਬੜਾ ਚਿੰਤਾ ਦਾ ਵਿਸ਼ਾ ਆ ਇੱਥੇ ਪੰਜਾਬ 'ਚ ਬੈਠਿਆ। ਤਾਂ ਇਸ ਵੱਲ ਵੀ ਇੱਕ ਜਿਹੜਾ ਤੁਹਾਡੇ ਵਰਗੇ ਲੋਕ ਜੇ ਅੱਗੇ ਆ ਕੇ ਐਡਰੈਸ ਕਰਨ ਤਾਂ ਮੈਨੂੰ ਲੱਗਦਾ ਜ਼ਿਆਦਾ ਵਧੀਆ ਹੋ ਸਕਦਾ। ਬਿਲਕੁਲ, ਦੇਖੋ ਤੁਸੀਂ ਸਹੀ ਫਰਮਾਇਆ। ਬਹੁਤ ਲੰਬੇ ਸਮੇਂ ਤੋਂ ਜਿਹੜੇ ਅਲੱਗ-ਅਲੱਗ ਨਸਲੀ ਵਿਤਕਰੇ ਦੇ ਭਰੇ ਹਮਲੇ ਹੋ ਰਹੇ ਨੇ,
ਇਹ ਮੈਂ ਪਹਿਲਾਂ ਵੀ ਪਾਰਲੀਮੈਂਟ ਦੇ ਵਿੱਚ ਵੀ ਮਸਲਾ ਉਠਾਇਆ, ਮੈਨੂੰ ਪਤਾ ਹੁਣੀ ਥੋੜ੍ਹਾ ਸਮਾਂ ਪਹਿਲਾਂ ਵੀ ਫਿਰ ਹਮਲੇ ਉੱਥੇ USA ਦੇ ਵਿੱਚ ਹੋਏ। ਮੈਂ ਤਾਂ ਇਹ ਜਦੋਂ ਪਹਿਲਾਂ ਵੀ ਮਸਲਾ ਉਠਾਇਆ ਸੀ ਮੈਂ ਇਹੀ ਗੱਲ ਆਖੀ ਸੀ ਕਿ ਉੱਥੇ USA ਦੇ ਵਿੱਚ ਵੀ ਕਈ ਵਿਅਕਤੀਆਂ ਨੂੰ ਤਾਂ ਗੋਲੀ ਦੇ ਨਾਲ ਮਾਰ ਕੇ ਹਲਾਕ ਕਰ ਦਿੱਤਾ ਗਿਆ ਵੀ ਉਹ ਸਿਰਫ ਸਿੱਖੀ ਪਹਿਚਾਣ ਕਰਕੇ। ਕਈ ਲੋਕਾਂ ਨੇ ਉਹਨਾਂ ਨੂੰ ਬੜੀ ਮਾੜੀ ਸ਼ਬਦਾਵਲੀ ਵੀ ਉਹਨਾਂ ਵਿਅਕਤੀਆਂ ਦੇ ਖਿਲਾਫ ਵਰਤੀ ਵੀ ਇਹ ਤਾਲਿਬਾਨ ਨੇ, ਅੱਤਵਾਦੀ ਨੇ, ਇਹੋ ਜਿਹੇ ਨੇ। ਸੋ ਇਹਦੇ ਲਈ ਇੱਕ ਤਾਂ ਮੈਂ ਸਮਝਦਾ ਹਾਂ ਕਿ ਜਾਗਰਤੀ ਪੈਦਾ ਕਰਨ ਦੀ ਲੋੜ ਆ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਅੰਦਰ, ਕਿ ਜੇ ਸਿੱਖੀ ਪਹਿਚਾਣ ਆ ਇਸ ਦੀ ਅਹਿਮੀਅਤ ਕੀ ਆ। ਆਪਾਂ ਆਪਣੇ ਬੱਚਿਆਂ ਨੂੰ, ਪੰਜਾਬੀਆਂ ਨੂੰ ਇੱਥੇ ਜਾਂ ਬਾਕੀਆਂ ਨੂੰ ਆਪਾਂ ਪਹਿਲਾਂ ਦਿਖਾ ਪਾਈਏ ਵੀ ਇੰਡੀਆ ਭਰ ਦੇ ਵਿੱਚ ਜਾਂ ਏਸ਼ੀਆ ਭਰ ਦੇ ਵਿੱਚ, ਪਰ ਉਸ ਤੋਂ ਨਾਲ ਜਦੋਂ ਆਪਾਂ ਉਹ ਜਾਗਰਤੀ ਪੈਦਾ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ, ਇਤਿਹਾਸ ਦੇ ਨਾਲ ਜੋੜਦੇ ਹਾਂ, ਉਸ ਤੋਂ ਅਗਾਂਹ ਇਹ ਆ ਕਿ ਆਪਾਂ ਜਿਹੜੇ ਗੈਰ ਪੰਜਾਬੀ ਨੇ ਜਿਨ੍ਹਾਂ ਨੂੰ ਨਹੀਂ ਪਤਾ, ਹੁਣ ਜਿਹੜੇ ਇੰਡੀਆ ਤੋਂ ਬਾਹਰ ਵਿਅਕਤੀ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਲਮ ਹੀ ਨਹੀਂਗਾ ਕਿ ਸਿੱਖੀ ਜਾਂ ਇਹ ਜਿਹੜੀ ਸਿੱਖੀ ਪਹਿਚਾਣ ਆ, ਇਹ ਜੇ ਸਰਦਾਰੀ ਆ ਜਾਂ ਇਹ ਦਾੜੀ ਆ, ਵੀ ਇਹ ਕਿਉਂ ਇਹ ਵਿਅਕਤੀ ਰੱਖਦੇ ਨੇ, ਕਿਉਂ ਉਹ ਬਾਰ-ਬਾਰ ਆਪਾਂ ਨੂੰ ਹੋਰ ਕਿਸੇ ਦੇ ਨਾਲ ਆਪਣੀ ਤੁਲਨਾ ਕਰਦੇ ਨੇ। ਸੋ ਉਹਦੇ ਲਈ ਜੋ ਚਾਹੇ ਵਿਦਿਅਕ ਖੇਤਰ ਦੇ ਵਿੱਚ, ਅਤੇ ਮੈਂ ਤੁਹਾਨੂੰ ਇੱਕ ਦੇਖੋ ਉਦਾਹਰਨ ਦਿੰਦਾ ਹਾਂ ਕਿ ਜਦੋਂ ਮੈਂ ਪਹਿਲਾਂ ਮੇਅਰ ਵਜੋਂ ਸੇਵਾ ਨਿਭਾਉਂਦਾ ਸੀਗਾ ਉੱਥੇ ਗਰੇਵਜਮ ਇਲਾਕੇ ਦੀ, ਉੱਥੇ ਵੀ ਇੱਕ ਅਸੀਂ ਸਰਦਾਰ ਫੌਜੀ ਦਾ ਬੁੱਤ ਸਥਾਪਿਤ ਕੀਤਾ, ਸਕੁਆਡਰਨ ਲੀਡਰ ਮਹਿੰਦਰ ਸਿੰਘ ਪੁੱਜੀ। ਉਹ ਇਸ ਕਰਕੇ ਕੀਤਾ ਗਿਆ ਕਿ ਤਾਂ ਕਿ ਇੱਕ ਸਰਦਾਰ ਫੌਜੀ ਨੂੰ ਦੇਖ ਕੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਤਾਂ ਫਖਰ ਤਾਂ ਮਾਣ ਮਹਿਸੂਸ ਹੋਊਗਾ ਵੀ ਇਸ ਵਿਅਕਤੀ ਨੂੰ ਕਿੰਨਾ ਸਨਮਾਨ ਦਿੱਤਾ ਗਿਆ, ਕਿਉਂਕਿ ਇਹੋ ਜਿਹੇ ਵਿਅਕਤੀਆਂ ਦੀ ਬਹੁਤ ਵੱਡੀ ਦੇਣ ਸੀ ਪਹਿਲੇ ਅਤੇ ਦੂਸਰੇ ਵਿਸ਼ਵ ਜੰਗ ਦੇ ਦੌਰਾਨ ਇਸ ਦੇਸ਼ ਦੀ ਆਜ਼ਾਦੀ ਦੇ ਲਈ। ਅਤੇ ਜਿੱਥੇ ਉਹਨਾਂ ਨੂੰ ਆਪਣੀ ਸਿੱਖੀ ਪਹਿਚਾਣ ਦੇ ਨਾਲ ਜੋ ਫਖਰ ਅਤੇ ਮਾਣ ਮਹਿਸੂਸ ਹੋਊਗਾ, ਉਸ ਦੇ ਨਾਲ ਜਿਹੜੇ ਬਹੁ ਗਿਣਤੀ ਨੇ, ਤਕਰੀਬਨ 99% ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਪੱਗ ਦਸਤਾਰ ਨਹੀਂ ਸਜਾਈ ਹੁੰਦੀ, ਉਹਨਾਂ ਨੂੰ ਵੀ ਪਤਾ ਲੱਗਦਾ ਆ ਕਿ ਇਹ ਵਿਅਕਤੀਆਂ ਨੇ ਪਹਿਲੇ ਤਾਂ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਉਸ ਦੇਖੋ ਜਿਹੜਾ ਬ੍ਰਿਟਿਸ਼ ਇੰਡੀਅਨ ਆਰਮੀ ਸੀ, ਇਹ ਸਭ ਤੋਂ ਵੱਡੀ ਲਾਰਜੈਸਟ ਵੋਲੰਟੀਅਰ ਆਰਮੀ, ਵੀ ਇੰਨੀ ਵੱਡੀ ਜਿਹੜੀ ਵੋਲੰਟੀਅਰ ਵੀ ਜਦੋਂ ਆਪ ਆਰਮੀ ਦੇ ਵਿੱਚ ਗਏ ਤਾਂ ਉਸ ਲੜਾਈ ਦੇ ਵਿੱਚ ਲੜੇ, ਦੁਨੀਆ ਦੇ ਵਿੱਚ ਕਦੀ ਇੱਦਾਂ ਪਹਿਲਾਂ ਨਹੀਂ ਹੋਇਆ ਸੀ। ਸੋ ਉਹ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਸ਼ਹਾਦਤਾਂ, ਜੋ ਉਹਨਾਂ ਦੀਆਂ ਕੁਰਬਾਨੀਆਂ ਆ, ਉਸ ਨੂੰ ਚੇਤੇ ਕਰਨ ਦਾ ਵੀ ਇੱਕ ਜੋ ਮਨੋਰਥ ਸੀਗਾ। ਪਰ ਹੁਣ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਇੱਕ ਨੈਸ਼ਨਲ ਸਿੱਖ ਵੋਰ ਮੈਮੋਰੀਅਲ ਟਰਸਟ ਅਸੀਂ ਸਥਾਪਿਤ ਕੀਤਾ ਆ, ਅਸੀਂ ਲੰਡਨ ਦੇ ਵਿੱਚ ਸਰਦਾਰ ਫੌਜੀਆਂ ਦੀ ਇੱਕ ਜੋ ਯਾਦਗਾਰ ਸਥਾਪਿਤ ਕਰਨ ਜਾ ਰਹੇ ਹਾਂ, ਜੋ ਕਿ ਕਿਸੇ ਵੀ ਰਾਜਧਾਨੀ ਦੁਨੀਆ ਭਰ ਦੇ ਵਿੱਚ ਪਹਿਲੀ ਦਫਾ ਹੋਊਗਾ। ਅਤੇ ਉਹਦੇ ਨਾਲ ਇਹ ਜੋ ਫੌਜੀਆਂ ਜਿਹੜੇ ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਦੇ ਵਿੱਚ ਲੜੇ ਨੇ, ਉਹਦੇ ਨਾਲ ਜਿਹੜੇ ਇੱਥੇ ਲੱਖਾਂ ਨਹੀਂ ਕਰੋੜਾਂ ਸੈਲਾਨੀ ਉੱਥੇ ਲੰਡਨ ਦੇ ਵਿੱਚ ਆਉਂਦੇ ਨੇ, UK ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗੂਗਾ, ਗਿਆਨ ਵਧੂਗਾ ਕਿ ਇਹਨਾਂ ਲੋਕਾਂ ਦੀ ਕਾਰਨ ਹੀ ਸਾਡੇ ਦੇਸ਼ ਦੀ ਆਜ਼ਾਦੀ ਹੈ। ਇਹ ਜੋ ਅਸੀਂ ਯੂਰਪ ਨੂੰ ਵੀ ਜੋ ਇਹੋ ਜਿਹੇ ਕੱਟੜਵਾਦ ਜਿਹੜੇ ਹਿਟਲਰ ਤੋਂ ਅਸੀਂ ਬਚਾਇਆ ਆ, ਉਹ ਇਹਨਾਂ ਵਿਅਕਤੀਆਂ ਦੀ ਉਹਦੇ ਵਿੱਚ ਦੇਣ ਹੈਗੀ ਆ। ਤੇ ਸਭ ਬਾਕੀ ਇਹ ਗੱਲ ਹੈ ਕਿ ਜਦੋਂ ਅਸੀਂ ਵਿਰਸੇ 'ਤੇ ਮਾਣ ਕਰਦੇ ਹਾਂ ਤਾਂ ਦੂਜੇ ਵੀ ਉਸ ਤੋਂ ਪ੍ਰਭਾਵਿਤ ਹੁੰਦੇ ਆ। ਭਾਰਤ ਦੇ ਅੰਦਰ ਹੋਰ ਕਿਹੜੀ ਸ਼ਖਸੀਅਤ ਨੂੰ ਮਿਲਣ ਦਾ ਸ਼ਡਿਊਲ ਹੈ, ਪ੍ਰੋਗਰਾਮ ਹੈ ਜਾਂ ਇਰਾਦਾ ਰੱਖ? ਇਹ ਦੇਖੋ, ਜਿਵੇਂ ਮੈਂ ਗੱਲ ਆਖੀ ਕਿ ਨਿੱਜੀ ਫੇਰੀ ਜ਼ਿਆਦਾਤਰ ਹੈਗੀ ਆ, ਥੋੜ੍ਹੇ ਦਿਨ ਹੁੰਦੇ ਆ ਇੱਥੇ, ਜਿੰਨਾ ਕੁ ਕੁਛ ਆਪਣੇ ਮਿੱਤਰ ਸੱਜਣਾਂ ਨੂੰ ਮਿਲਣਾ ਹੁੰਦਾ ਆ, ਅਤੇ ਕੁਛ ਤੁਹਾਡੇ ਵਰਗੇ ਜਿਹੜੇ ਵੀਰ ਨੇ ਜਿਹੜੇ ਪਿਆਰ ਨਾਲ ਬੁਲਾਉਂਦੇ ਨੇ, ਉੱਥੇ ਵੀ ਆ ਕੇ ਆਪਾਂ ਗੁਫ਼ਤਗੂ ਕਰਨੀ ਹੁੰਦੀ ਆ, ਕੁਛ ਸੁਣੀਏ, ਕੁਛ ਕਹੀਏ। ਇਹ ਗੱਲਾਂ ਦੇ ਨਾਲ ਜਦੋਂ ਆਪਾਂ ਗੁਰੂ ਸਾਹਿਬ ਨੇ ਵੀ ਆਪਾਂ ਨੂੰ ਇਹੀ ਸੰਦੇਸ਼ ਦਿੱਤਾ ਆ ਕਿ ਤੁਸੀਂ ਵਿਚਾਰ ਵਟਾਂਦਰਾ ਕਰੋਗੇ ਤਾਂ ਉਹਦੇ ਵਿੱਚ ਆਪਣੀ ਅਕਲ ਦੇ ਵਿੱਚ ਵੀ ਇਜ਼ਾਫਾ ਹੁੰਦਾ ਆ, ਤਾਂ ਇਸ ਦੇ ਨਾਲ ਆਪਾਂ ਕਈ ਮੁਸੀਬਤਾਂ ਦੇ ਹੱਲ ਵੀ ਆਪਾਂ ਕੱਢ ਪਾਉਂਦੇ ਹਾਂ, ਤਾਂ ਪਿਆਰ ਇਤਫਾਕ ਹੋਰ ਵੱਧਦਾ ਆ। ਸੋ ਇਹ ਮੁੱਖ ਮੇਰਾ ਜਿਹੜਾ ਇਹ ਮੰਤਵ ਹਮੇਸ਼ਾ ਇਹੀ ਹੁੰਦਾ ਕਿ ਇਹੋ ਜਿਹੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਹੋਵੇ। ਪਰ ਇਸ ਦਫਾ ਕਿਉਂਕਿ ਸਾਡਾ ਪਾਰਲੀਮੈਂਟਰੀ ਸੈਸ਼ਨ ਵੀ ਫਿਰ ਸ਼ੁਰੂ ਹੋਣ ਲੱਗਾ ਆ, ਤਾਂ ਉਹ ਹਮੇਸ਼ਾ ਥੋੜ੍ਹੇ ਦਿਨਾਂ ਕਰਕੇ ਇਸ ਦਫਾ ਨਾਲੇ ਮੇਰੇ ਜਿਹੜੇ ਅਜ਼ੀਜ਼ ਮੇਰੇ ਚਾਚਾ ਜੀ ਸਰਦਾਰ ਪਰਮਜੀਤ ਸਿੰਘ ਰਾਜਪੁਰ, ਜੋ ਕਿ ਇੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਆਦਮਪੁਰ ਤੋਂ, ਉਹ ਇਸ ਦਫਾ ਇੱਥੇ ਨਹੀਂ ਹੈਗੇ। ਨਹੀਂ ਤਾਂ ਉਹਨਾਂ ਨੇ ਮੈਨੂੰ ਨਾਲ ਲੈ ਕੇ ਕਈ ਹੋਰਨਾਂ ਵਿਅਕਤੀਆਂ ਨੂੰ ਇੱਥੇ ਉਹਨਾਂ ਨੇ ਬੈਠਕਾਂ ਤੈਅ ਕੀਤੀਆਂ ਹੁੰਦੀਆਂ ਵੀ ਇਹਨਾਂ ਨੂੰ ਵੀ ਆਪਾਂ ਮਿਲੀਏ, ਇੱਦਾਂ ਕਰੀਏ। ਪਰ ਮੈਂ ਇਹੀ ਚਾਹੂੰਗਾ ਕਿ ਦੇਖੋ, ਇੰਡੀਆ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀ ਬਖਸ਼ੇ, ਦੇਸ਼ ਦੀ ਉਚੇਚੇ ਤੌਰ 'ਤੇ ਪੰਜਾਬ ਦੇ ਨਾਲ ਆਪਾਂ ਜੁੜੇ ਹਾਂ ਵੀ ਤਰੱਕੀ ਹੋਵੇ, ਵਿਕਾਸ ਹੋਵੇ, ਅਤੇ ਤੁਹਾਡੇ ਜਿਹੜੇ ਇੱਥੇ ਭਾਈਚਾਰਕ ਸਾਂਝ ਵੀ ਵਧੇ, ਵੀ ਜੋ ਧਰਮ ਦੇ ਨਾਂ 'ਤੇ ਜਾਂ ਜਾਤ ਪਾਤ ਦੇ ਨਾਂ 'ਤੇ ਲੋਕ ਆਪਸ 'ਚ ਇਹਨਾਂ ਗਲਤ ਫਹਿਮੀਆਂ ਜਾਂ ਇੱਦਾਂ ਦੇ ਕੂੜ ਪ੍ਰਚਾਰ ਤੋਂ ਪ੍ਰਭਾਵਿਤ ਨਾ ਹੋਣ,
ਤੇ ਉਹ ਮੇਲ ਮਿਲਾਪ ਹੋ ਕੇ ਰਹਿਣ। ਤਾਂ ਮੈਂ ਇਸ ਗੱਲ ਤੋਂ ਵੀ ਬਹੁਤ ਦੁਖੀ ਸੀਗਾ ਜਦੋਂ ਮੈਂ ਇੱਥੇ ਖਬਰਾਂ ਪੜ੍ਹੀਆਂ ਕਿ ਕਈ ਜਿਹੜੇ ਸਿੱਖ ਬੱਚੀਆਂ ਸੀ ਵੀ ਉਹ ਆਪਣੀ ਦਸਤਾਰ ਦੇ ਨਾਲ ਜੋ ਬੱਚੀਆਂ ਜਾਂ ਆਪਣੇ ਚੁੰਨੀ ਦੇ ਨਾਲ ਉੱਥੇ ਸਕੂਲਾਂ ਦੇ ਵਿੱਚ ਜਾਂ ਕਾਲਜ ਦੇ ਵਿੱਚ ਦਾਖਲ ਹੋਣ ਤੋਂ ਉਹਨਾਂ ਨੂੰ ਮਨਾਹੀ ਹੋਈ। ਕੁਛ ਜਿਹੜੇ ਮੁਸਲਿਮ ਬੱਚੀਆਂ ਵੀ ਸੀ ਜਿਹੜੇ ਹਿਜਾਬ ਪਾ ਕੇ ਉਹਨਾਂ ਨੂੰ ਨਹੀਂ ਸਕੂਲਾਂ ਕਾਲਜਾਂ ਦੇ ਵਿੱਚ ਮੈਂ ਦੇਖਿਆ ਦੱਖਣੀ ਭਾਰਤ ਦੇ ਵਿੱਚ ਉਹਨਾਂ ਨੂੰ ਜਾਣ ਦਾ ਮੌਕਾ ਮਿਲ ਰਿਹਾ। ਤਾਂ ਇਹ ਜਿਹੀਆਂ ਚੀਜ਼ਾਂ ਤੋਂ ਆਪਾਂ ਉੱਪਰ ਉੱਠ ਕੇ ਇਹੋ ਜਿਹਾ ਚਾਹੀਦਾ ਕਿ ਸਾਰੇ ਰਲ ਮਿਲ ਕੇ ਦੇਸ਼ ਦੇ ਤਰੱਕੀ ਦੇ ਲਈ ਉਹ ਯੋਗਦਾਨ ਪਾਉਣ, ਕਿਸੇ ਇੱਕ ਨੂੰ ਓਪਰਾ ਨਾ ਮਹਿਸੂਸ ਕਰਾਇਆ ਜਾਵੇ। ਬੇਟੇ ਸਾਹਿਬ, ਇਹ ਤਾਂ ਵਾਕਈ ਹੈ ਕਿ ਭਾਈਚਾਰਾ ਰਹੂਗਾ ਤਾਂ ਜਿਹੜਾ ਸਮਾਜ ਜ਼ਿਆਦਾ ਸੋਹਣਾ ਬਣਦਾ ਤੇ ਸਾਡੇ ਤਾਂ ਗੁਰੂਆਂ ਦੀ ਸਿੱਖਿਆ ਵੀ ਇਹੀ ਹੈ, ਸਰਬ ਸਾਂਝੀਵਾਲਤਾ ਦੀ। ਆਖਰ ਦੇ ਵਿੱਚ ਮੇਰਾ ਤੁਹਾਡੇ ਕਲੋਜ਼ਿੰਗ ਰਿਮਾਰਕ ਲੈਣਾ ਚਾਹੂੰਗਾ ਵੀ ਸਾਰਾ ਵਿਸ਼ਵ ਹੈ, ਵਿਸ਼ਵ ਦੇ ਅੰਦਰ ਸਿੱਖ ਵੀ ਵਸਦੇ ਆ, ਬਾਕੀ ਭਾਈਚਾਰੇ ਵਾਸਤੇ ਤੁਸੀਂ ਗੱਲ ਕੀਤੀ। ਜਿਹੜੀ ਇੱਕ ਪੋਸਟ ਟਰੁੱਥ ਦੀ ਜਿਹੜੀ ਸਥਿਤੀ ਬਣ ਗਈ ਹੈ, ਜਿਹੜੀ ਕਿ ਕੱਟੜਵਾਦਤਾ ਨੂੰ ਵਧਾਉਂਦੀ ਹੈ, ਅਸੀਂ ਉਸ ਨੂੰ ਕਿਵੇਂ ਠੱਲ ਸਕਦੇ ਹਾਂ? ਮੈਂ ਜੀ ਦੇਖੋ, ਤੁਸੀਂ ਬਿਲਕੁਲ ਸਹੀ ਗੱਲ ਆਖੀ ਆ ਕਿ ਇਹਦੇ ਬਾਰੇ ਬਾਹਰ ਵੀ ਜਿਹੜੇ ਵਿਦਵਾਨ ਆ ਬਹੁਤ ਚਿੰਤਤ ਨੇ, ਸਾਡੇ ਵਰਗੇ ਵੀ ਜਿਹੜੇ ਸਿਆਸਤ ਦੇ ਵਿੱਚ ਨੇ, ਮੀਡੀਆ ਦੇ ਵਿੱਚ ਉਚੇਚੇ ਤੌਰ 'ਤੇ ਕਿ ਪੋਸਟ ਟਰੂਥ ਵੀ ਜਿਹੜਾ ਸੱਚ, ਉਹ ਇੱਕ ਕਿਸਮ ਦਾ ਮਾਹੌਲ ਇਹੋ ਜਿਹਾ ਬਣ ਗਿਆ ਵੀ ਕਈ ਲੋਕਾਂ ਨੂੰ ਸੱਚ ਦਾ ਨਾ ਤਾਂ ਇਲਮ ਹੈ, ਜੇ ਇਲਮ ਆ ਤਾਂ ਉਹ ਤਾਂ ਵੀ ਝੂਠ ਬਾਰ-ਬਾਰ ਬੋਲੀ ਜਾਂਦੇ ਨੇ। ਇਹ ਪੰਜਾਬੀ ਸਿਆਣੇ ਬੜੀ ਵਧੀਆ ਗੱਲ ਆਖਦੇ ਨੇ ਕਿ ਦੇਖੋ, ਤੁਸੀਂ ਇੱਕ ਤੱਥ ਦੇ ਨਾਲ 40 ਵਿਦਵਾਨਾਂ ਨੂੰ ਮਾਤ ਪਾ ਸਕਦੇ ਆ, ਪਰ ਤੁਸੀਂ 40 ਤੱਥਾਂ ਦੇ ਨਾਲ ਇੱਕ ਮੂਰਖ ਨੂੰ ਨਹੀਂ ਮਾਤ ਪਾ ਸਕਦੇ। ਵੀ ਇਹ ਜਿਹੜੇ ਮੂਰਖਾਂ ਦੇ ਨਾਲ ਉਲਝਣਾ, ਇਹ ਤਾਂ ਚਲੋ ਆਪਾਂ ਨੂੰ ਗੁਰਬਾਣੀ ਦੇ ਵਿੱਚ ਵੀ ਦੱਸਿਆ ਗਿਆ ਕਿ ਤੁਸੀਂ ਮੂਰਖ ਦੇ ਨਾਲ ਨਾ ਉਲਝੋ। ਉਹ ਕਈ ਵਿਅਕਤੀ ਹੁੰਦੇ ਨੇ ਜਿਨ੍ਹਾਂ ਨੇ ਬਾਰ-ਬਾਰ ਕੂੜ ਪ੍ਰਚਾਰ ਕਰਨਾ ਹੁੰਦਾ ਆ, ਗਲਤ ਅਫਵਾਹਾਂ ਫੈਲਾਉਣੀਆਂ ਹੁੰਦੀਆਂ ਆ, ਲੋਕਾਂ ਨੂੰ ਆਪਸ 'ਚ ਪੜ੍ਹਾਉਣਾ ਹੁੰਦਾ ਆ। ਇਹਨਾਂ ਤੋਂ ਮੈਂ ਤੁਹਾਡੇ ਜਿਹੜੇ ਦਰਸ਼ਕ ਵੀ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਕਰਾਂਗਾ, ਤੁਸੀਂ ਇਹਨਾਂ ਲੋਕਾਂ ਤੋਂ ਜਾਗਰੂਕ ਰਹੋ ਅਤੇ ਇਹਨਾਂ ਦੇ ਭਰਮ ਭੁਲੇਖਿਆਂ ਦੇ ਵਿੱਚ ਨਹੀਂ ਆਉਣਾ। ਮੈਨੂੰ ਤਾਂ ਪਤਾ ਇੱਥੇ ਚਲੋ ਕਿਸਾਨ ਮੋਰਚੇ ਦੀ ਬਾਰੇ ਤੁਸੀਂ ਗੱਲ ਕੀਤੀ, ਇਹ ਵੀ ਹੋਇਆ ਕਿ ਉਹਨਾਂ ਕਿਸਾਨਾਂ ਨੂੰ ਵੀ ਵਿਚਾਰਿਆਂ ਨੂੰ ਕਈਆਂ ਨੇ ਇਹ ਗੱਲ ਆਖੀ ਕਿ ਤੁਸੀਂ ਅੱਤਵਾਦੀ ਆ, ਵੱਖਵਾਦੀ ਆ। ਸੋ ਜੇ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ, ਜਿਹੜੇ ਅੰਨਦਾਤਾ ਨੇ ਦੇਸ਼ ਨੇ, ਤਾਂ ਮੇਰੇ ਵਰਗਿਆਂ ਨੂੰ ਤਾਂ ਕੋਈ ਸਮਝਦਾ ਹੀ ਨਹੀਂ ਹੈ ਨਾ। ਇਹ ਕਈ ਵਿਅਕਤੀਆਂ ਨੇ ਇੱਥੇ ਆ ਕੇ ਮੇਰੇ ਵਰਗਿਆਂ 'ਤੇ ਵੀ ਜਿਹੜਾ ਤੁਸੀਂ ਕਹਿੰਦੇ ਪੋਸਟ ਟਰੂਥ ਇਨਵਾਇਰਮੈਂਟ ਦੇ ਵਿੱਚ ਉਹ ਬਾਰ-ਬਾਰ ਜੇ ਝੂਠ ਦੁਹਰਾਈ ਜਾਊਗੇ ਤਾਂ ਉਹਨਾਂ ਨੂੰ ਲੱਗਦਾ ਵੀ ਲੋਕੀ ਉਸ ਨੂੰ ਅੱਕ ਕੇ ਬਾਅਦ ਵਿੱਚ ਸੱਚ ਮੰਨ ਲੂਗੇ। ਤਾਂ ਆਪਾਂ ਇਸ ਗੱਲ ਨੂੰ ਹਰ ਹਾਲਤ ਦੇ ਵਿੱਚ ਰੁਕਣਾ ਆ। ਹੁਣ ਮੇਰੇ 'ਤੇ ਵੀ ਕਈਆਂ ਨੇ ਤਾਬੜਤੋੜ ਹਮਲੇ ਕੀਤੇ ਜਦੋਂ ਮੈਂ ਕਿਸਾਨਾਂ ਦੇ ਹੱਕ 'ਚ ਵੀ ਡਟਿਆ ਜਾਂ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਆ। ਕਈਆਂ ਨੇ ਕਿਹਾ ਲੈ ਲਓ ਜੀ ਇਹ ਐਂਟੀ ਇੰਡੀਆ ਜੀ, ਐਂਟੀ ਨੈਸ਼ਨਲ ਹੈ, ਇਹਨੇ ਇੱਦਾਂ ਕਰ ਦਿੱਤਾ ਆ। ਕਈ ਮੀਡੀਆ ਹੁਣ ਤੁਹਾਡਾ ਚਲੋ ਸਾਫ਼ ਸੁਥਰੇ ਤਰੀਕੇ ਨਾਲ ਚੱਲ ਰਿਹਾ, ਕਈ ਮੀਡੀਆ ਇੱਥੇ ਵੀ ਇਹੋ ਜਿਹੀਆਂ ਗਲਤ ਖਬਰਾਂ ਉਹਨਾਂ ਨੇ ਛਾਪੀਆਂ ਕਿ ਇਹ ਉੱਥੇ 2020 ਦੇ ਵਿੱਚ 2020 ਦੇ ਵਿੱਚ ਕੋਈ ਉੱਥੇ ਰੈਫਰੈਂਡਮ ਰੈਲੀ ਸੀ ਲੰਡਨ ਦੇ ਵਿੱਚ, ਇਹਨੇ ਉਹਦੇ ਵਿੱਚ ਸ਼ਿਰਕਤ ਕੀਤੀ ਆ, ਇਹ ਇੰਡੀਆ ਦੇ ਖਿਲਾਫ ਇਹਨੇ ਭਾਸ਼ਣ ਦਿੱਤਾ ਆ। ਹਾਲਾਂਕਿ ਇਹ ਸਰਾਸਰ ਝੂਠ ਆ ਕਿ ਨਾ ਮੈਂ ਕਿਸੇ ਰੈਲੀ ਦੇ ਵਿੱਚ ਗਿਆ ਤਾਂ ਨਾ ਹੀ ਮੈਂ ਕੋਈ ਭਾਸ਼ਣ ਦਿੱਤਾ। ਇੱਦਾਂ ਹੀ ਕਈਆਂ ਨੇ ਬਾਰ-ਬਾਰ ਇਹ ਗੱਲ ਆਖ ਦੇਣੀ ਆ ਵੀ ਲੈ ਲਓ ਜੀ ਇਹ ਐਂਟੀ ਨੈਸ਼ਨਲ ਆ ਕਿਉਂਕਿ ਇਹ ਮਨੁੱਖੀ ਅਧਿਕਾਰਾਂ 'ਤੇ ਗੱਲ ਕਰਦਾ ਆ, ਕਸ਼ਮੀਰ ਦੇ ਪ੍ਰਤੀ ਜੋ ਆਰਟੀਕਲ 370 ਸੀ। ਪਰ ਜੇ ਇੱਥੇ ਲੱਖਾਂ ਨਹੀਂ ਕਰੋੜਾਂ ਲੋਕ ਇੱਥੇ ਇੰਡੀਆ ਦੇ ਵਿੱਚ ਖੁਦ ਕਹਿ ਰਹੇ ਨੇ ਕਿ ਦੇਖੋ ਆਰਟੀਕਲ 370 'ਤੇ ਮੁੜ ਵਿਚਾਰ ਕਰਨਾ ਚਾਹੀਦਾ ਆ, ਆਪਾਂ ਵੀ ਇਹਦਾ ਮਤਲਬ ਇਹ ਥੋੜ੍ਹਾ ਵੀ ਉਹ ਵੀ ਸਾਰੇ ਐਂਟੀ ਨੈਸ਼ਨਲ ਹੋ ਗਏ ਰਾਤੋਂ ਰਾਤ। ਸੋ ਇਹ ਜੇ ਸਾਡੇ ਵਰਗਾ ਕੋਈ ਆਵਾਜ਼ ਬੁਲੰਦ ਕਰਦਾ ਆ, ਹੁਣ ਜੇ ਤੁਸੀਂ ਇੱਥੇ ਪੰਜਾਬ ਦੇ ਵਿੱਚ ਬੈਠੇ ਆ, ਪਰ ਜੇ ਤੁਸੀਂ ਆ ਜਾਂ ਹੋਰ ਆ, ਜੇ ਹੁਣ ਇੱਥੇ ਕੱਲ੍ਹ ਨੂੰ ਪੰਜਾਬ ਦਾ 2 ਹਿੱਸਿਆਂ 'ਚ ਵੰਡ ਹੋ ਜਾਂਦੀ ਆ ਤਾਂ ਉਹ ਦੋਨੇ ਯੂਨੀਅਨ ਟੈਰੀਟਰੀ ਬਣਾਈਆਂ ਜਾਂਦੀਆਂ ਨੇ, ਤਾਂ ਕੀ ਤੁਹਾਡਾ ਖਿਆਲ ਕਿ ਉਹਨਾਂ ਲੋਕਾਂ ਦਾ ਖਿਆਲ ਇਹ ਨਹੀਂਗਾ ਵੀ ਉਹ ਪੰਜਾਬੀ ਵੀ ਅੱਡੀ ਚੋਟੀ ਦਾ ਜ਼ੋਰ ਲਾਊਗੇ, ਐਨ ਮੁਜ਼ਾਹਰੇ ਕਰੂਗੇ, ਮੋਰਚੇ ਕੱਢੂਗੇ, ਕਿ ਉਹ ਵੀ ਫਿਰ ਐਂਟੀ ਨੈਸ਼ਨਲ ਹੋ ਜੂਗੇ? ਸੋ ਇਹ ਚੀਜ਼ਾਂ ਦੇ ਨਾਲ ਜੋ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਆ। ਸੋ ਮੈਂ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਆਗੂਆਂ ਦੇ ਨਾਲ ਜਿਹੜੇ ਇਹੋ ਜਿਹੇ ਸ਼ਰਾਰਤੀ ਅਨਸਰ ਆ ਉਹਨਾਂ ਦੇ ਭੁਲੇਖਿਆਂ ਦੇ ਵਿੱਚ ਬਿਲਕੁਲ ਨਹੀਂ ਆਉਣਾ। ਬਹੁਤ ਤੱਥ ਸਾਰੇ ਵਿਚਾਰ ਕੇ ਕਿ ਅਲੱਗ-ਅਲੱਗ ਮੀਡੀਆ ਕੀ ਕਹਿ ਰਿਹਾ, ਅਲੱਗ-ਅਲੱਗ ਵਿਅਕਤੀ ਕੀ ਕਹਿ ਰਹੇ ਆ, ਫਿਰ ਤੁਸੀਂ ਨਾਪ ਤੋਲ ਕੇ ਇਹ ਤੈਅ ਕਰ ਸਕਦੇ ਵੀ ਸੱਚ ਕਿੱਥੇ ਗਿਆ। ਤਾਂ ਤੁਸੀਂ ਸੁਣਿਆ ਢੇਸੀ ਸਾਹਿਬ ਨੇ ਬੜਾ ਵਿਸਥਾਰ ਦੇ ਵਿੱਚ ਸਾਰੇ ਮਸਲਿਆਂ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੜੀ ਸ਼ਾਰਟ ਕਹਿ ਸਕਦੇ ਹਾਂ ਕਿ ਉਹਨਾਂ ਦੀ ਵਿਜ਼ਿਟ ਹੈ ਪੰਜਾਬ ਦੇ ਅੰਦਰ, ਨਿੱਜੀ ਵਿਜ਼ਿਟ ਸੀ, ਫਿਰ ਵੀ ਉਹਨਾਂ ਨੇ ਜਗਬਾਣੀ ਨੂੰ ਸਮਾਂ ਦਿੱਤਾ, ਤੁਹਾਨੂੰ ਸਮਾਂ ਦਿੱਤਾ। ਢੇਸੀ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਜਗਬਾਣੀ ਲਈ ਸਮਾਂ ਕੱਢਿਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।